Hello everyone, welcome back to my YouTube channel. This is Rakshita. So in the previous video we have studied all about the parts of flower and male reproductive organ, which is stamen. May you all have seen the video. And in this video we are going to study about the female reproductive part and about the pollination. And I'm literally sorry that के वीडियोज़ नहीं अपलोड हुई सी then from today I will try to upload videos regularly and we will recover our syllabus as soon as possible. So let's start. ਸੋ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਵਿੱਚ ਆਪਣੇ ਬੁੱਕ ਤੋਂ ਸਟੱਡੀ ਕੀਤਾ ਸੀ, ਤਾਂ ਇਸ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਨੋਟਸ ਤੋਂ ਸਟੱਡੀ ਕਰਾ ਰਹੀ ਹਾਂ। ਨੋਟਸ ਦਾ PDF ਵੀ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲ ਜੂਗਾ ਐਂਡ ਟੈਲੀਗ੍ਰਾਮ ਚੈਨਲ ਜੁਆਇਨ ਕਰਨ ਲਈ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੀ ਮਿਲ ਜੇਗਾ। ਸੋ ਚਲੋ ਪਹਿਲਾਂ ਆਪਾਂ ਕੁਇਕਲੀ ਰਿਵਾਈਜ਼ ਕਰਦੇ ਹਾਂ ਕਿ ਆਪਾਂ ਪਿਛਲੇ ਚੈਪਟਰ ਦੇ ਵਿੱਚ ਜਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ। ਸੋ ਆਪਾਂ ਪਹਿਲਾਂ ਤਾਂ ਪਾਰਟਸ ਆਫ ਫਲਾਵਰ ਪੜ੍ਹੇ ਸੀ, ਤਾਂ ਚਲੋ ਰਿਵਾਈਜ਼ ਕਰੀਏ। So this is our female reproductive organ, which is recognized by as stigma, ovary and style. This is the upper part is our stigma, where the pollen grains land, and the slender like part is style, and lower part is ovary. And so this is our male reproductive part. Upper part is anther and lower part is filament, and the petals are ਜਿਹੜੀਆਂ ਪੱਤੀਆਂ ਹੁੰਦੀਆਂ ਨੇ ਆਪਣੇ ਕੋਲੇ ਫਲਾਵਰ 'ਚ, ਪੰਖੁੜੀਆਂ ਹੁੰਦੀਆਂ ਨੇ। ਦੈਨ ਜਿਹੜੀਆਂ ਨੀਚੇ ਵਾਲਾ ਪਾਰਟ ਇਹ ਸੈਪਲ ਆ। ਦੈਨ ਉਸ ਤੋਂ ਬਾਅਦ ਓਵਰੀ ਦੇ ਵਿੱਚ ਓਵਿਊਲ ਪ੍ਰੈਜੈਂਟ ਹੁੰਦਾ ਹੈ ਆਪਣੇ ਕੋਲ। ਉਸ ਤੋਂ ਨੈਕਸਟ ਆਪਾਂ ਪੜ੍ਹਿਆ ਸੀ ਮੇਲ ਰਿਪਰੋਡਕਟਿਵ ਪਾਰਟ, ਵਿਚ ਇਜ਼ ਐਂਥਰ। ਮਤਲਬ ਅਪਰ ਪਾਰਟ ਇਜ਼ ਐਂਥਰ ਐਂਡ ਲੋਅਰ ਪਾਰਟ ਇਜ਼ ਫਿਲਾਮੈਂਟ। ਐਂਥਰ ਆਪਾਂ ਨੂੰ ਪਤਾ ਹੈ 2 ਲੋਬ ਹੁੰਦਾ ਹੈ, ਇੱਦਾਂ ਉਹਦੇ ਕੋਲ 2 ਲੋਬਸ ਹੁੰਦੀਆਂ ਨੇ। ਓਕੇ, ਜਦੋਂ ਆਪਾਂ ਇਹਨੂੰ ਕੱਟ ਕਰਦੇ ਹਾਂ ਤਾਂ ਇਹ ਇੱਦਾਂ ਆਪਾਂ ਨੂੰ 4 ਲੋਬਸ ਦਿਖਾਈ ਦਿੰਦਾ। ਡਾਇਲੋਬ ਮਤਲਬ ਕਿ ਟੈਟਰਾਪਲੋਇਡ ਹੁੰਦਾ। ਉਸ ਤੋਂ ਨੈਕਸਟ ਜਿਹੜਾ ਆ ਹੁੰਦਾ ਹੈ ਆਪਣੇ ਕੋਲ ਫਿਲਾਮੈਂਟ ਹੁੰਦਾ ਹੈ। ਨੈਕਸਟ ਆਹ ਦੇਖ ਲਓ ਤੁਸੀਂ ਆਪਣੇ ਕੋਲ ਉੱਦਾਂ ਹੀ ਇਹਨਾਂ ਨੂੰ ਮਤਲਬ ਜੇ ਇਹ ਡਾਇਥਿਕਸ ਹੁੰਦਾ। ਇੱਕ ਪਾਰਟ ਦੇ ਵਿੱਚ 2 ਲੋਬਸ ਆਉਂਦੀਆਂ, ਉਹਨਾਂ ਨੂੰ ਥਿੱਕਾ ਕਿਹਾ ਜਾਂਦਾ। ਮਤਲਬ ਕਿ ਇਹ ਡਾਇਥਿਕਸ ਆ, ਇਹਦੇ ਵਿੱਚ 4 ਲੋਬਸ ਨੇ। ਉਸ ਤੋਂ ਨੈਕਸਟ ਆਪਣੇ ਕੋਲ ਆਹ ਪਾਰਟ ਹੈ ਜਿਹਨੂੰ ਆਪਾਂ ਮਾਈਕਰੋਸਪੋਰੈਂਜੀਅਮ ਵੀ ਕਹਿੰਦੇ ਹਾਂ। ਉਹ ਜਦੋਂ ਆਪਾਂ ਐਂਥਰ ਨੂੰ ਕੱਟਦੇ ਹਾਂ ਤਾਂ ਉਸ ਤੋਂ ਬਾਅਦ ਆਹ ਪਾਰਟ ਆਪਣੇ ਕੋਲ ਸਾਹਮਣੇ ਆਉਂਦਾ ਹੈ। ਇਸ ਦੇ ਵਿੱਚ ਜਿਹੜੀ ਆਊਟਰ ਲੇਅਰ ਸੀ ਉਹ ਆਪਣੀ ਐਪੀਡਰਮਿਸ ਹੁੰਦੀ ਹੈ। ਉਸ ਤੋਂ ਇਨਰ ਲੇਅਰ ਹੁੰਦੀ ਹੈ ਆਪਣੇ ਕੋਲ ਐਂਡੋਥੀਸ਼ੀਅਮ ਹੁੰਦੀ ਹੈ। ਦੈਨ ਆਪਣੇ ਕੋਲ ਮਿਡਲ ਲੇਅਰਸ ਹੁੰਦੀਆਂ ਨੇ। ਉਸ ਤੋਂ ਨੈਕਸਟ ਆਪਣੇ ਕੋਲ ਟੇਪਟਮ ਹੁੰਦਾ ਹੈ। ਦੈਨ ਉਸ ਤੋਂ ਬਾਅਦ ਆਪਣੇ ਕੋਲ ਪੋਲਨ ਗ੍ਰੇਨਸ ਪ੍ਰੈਜੈਂਟ ਹੁੰਦੇ ਨੇ। ਤੁਸੀਂ ਇਹਨਾਂ ਦੀ ਸਲਾਈਡ ਵੀ ਪ੍ਰੀਪੇਅਰ ਕਰ ਸਕਦੇ ਹੋ। ਲਾਈਕ ਕੋਈ ਵੀ ਫਰੈਸ਼ਲੀ ਫਲਾਵਰ ਚੱਕੋ, ਉਸ ਦੇ ਵਿੱਚੋਂ ਪੋਲਨ ਗ੍ਰੇਨਸ ਨੂੰ ਕਿਸੇ ਸਲਾਈਡ 'ਤੇ ਰੱਖੋ। ਉਸ ਤੋਂ ਨੈਕਸਟ ਉਹਦੇ ਉੱਪਰ ਮਤਲਬ ਕਿ ਜਾਂ ਤੁਸੀਂ ਸੁਕਰੋਜ਼ ਦਾ ਸੋਲਿਊਸ਼ਨ ਪਾ ਸਕਦੇ ਹੋ, ਜਾਂ ਆਪਣੇ ਕੋਲ ਇਥਾਈਲ ਐਂਡ ਗਲਾਈਕੋਲ ਦਾ ਤੁਸੀਂ ਸੋਲਿਊਸ਼ਨ ਪਾ ਸਕਦੇ ਹੋ। ਉਸ ਤੋਂ ਬਾਅਦ ਉਹਨਾਂ 'ਤੇ ਕਵਰ ਸਲਿੱਪ ਰੱਖੋ, ਥੋੜ੍ਹੇ ਟਾਈਮ ਲਈ ਉਹਨੂੰ ਡਰਾਈ ਹੋਣ ਦਿਓ। ਦੈਨ ਜਦੋਂ ਤੁਸੀਂ ਮਾਈਕਰੋਸਕੋਪ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਪੋਲਨ ਗ੍ਰੇਨਸ ਦਿਖਾਈ ਦੇਣਗੇ, ਜਿਹੜੇ ਕਿ ਕੁਛ ਇੱਦਾਂ ਹੁੰਦੇ ਨੇ। ਉਸ ਤੋਂ ਨੈਕਸਟ ਆਪਣੇ ਕੋਲ ਆਹ ਲੇਅਰਸ ਬਾਰੇ ਲਿਖਿਆ ਹੋਇਆ ਹੈ ਡਿਟੇਲ ਦੇ ਵਿੱਚ। ਦੈਨ ਆਪਾਂ ਪੋਲਨ ਗ੍ਰੇਨਸ ਬਾਰੇ ਪੜ੍ਹਦੇ ਹਾਂ। ਜਿਹੜੇ ਪੋਲਨ ਗ੍ਰੇਨਸ ਹੁੰਦੇ ਆ ਉਹ ਮੇਲ ਗਮੀਟੋਫਾਈਟ ਹੁੰਦੇ ਆ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਠੀਕ ਹੈ, ਜਨਰਲੀ ਸਫੈਰੀਕਲ ਹੁੰਦੇ ਆ। 25 to 50 ਮਾਈਕਰੋਮੀਟਰ ਇਹਨਾਂ ਦਾ ਡਾਇਆਮੀਟਰ ਹੁੰਦਾ ਹੈ, ਅਤੇ 2 ਇਹਦੇ ਵਿੱਚ ਲੇਅਰਸ ਹੁੰਦੀਆਂ ਨੇ। ਆਊਟਰ ਲੇਅਰ ਜਿਹੜੀ ਹੁੰਦੀ ਹੈ ਉਹਨੂੰ ਐਗਜ਼ਾਈਨ ਕਹਿੰਦੇ ਆ। ਆਊਟਰ ਹੁਣ ਤੁਹਾਨੂੰ ਪਤਾ ਹੀ ਹੈ, ਆਊਟਰ ਮਤਲਬ ਕਿ ਐਕਸਟਰਨਲ ਜਾਂ ਐਗਜ਼ਾਈਨ। ਇਨਰ ਲੇਅਰ ਜਿਹੜੀ ਹੁੰਦੀ ਆ ਆਪਾਂ ਨੂੰ ਉਹਨੂੰ ਇੰਟਾਈਨ ਕਿਹਾ ਜਾਂਦਾ। ਇਨਰ ਇੰਟਾਈਨ ਇੱਦਾਂ ਰਿਮੈਂਬਰ ਕਰ ਲਓ। ਉਸ ਤੋਂ ਬਾਅਦ ਪ੍ਰੋਪਰਟੀਜ਼ ਦਿੱਤੀਆਂ ਹੋਈਆਂ ਨੇ ਐਗਜ਼ਾਈਨ ਅਤੇ ਇੰਟਾਈਨ ਦੀਆਂ। ਇਟ ਇਜ਼ ਮੇਡ ਆਫ ਸਪੋਰੋਪੋਲਿਨ। ਹੁਣ ਵਾਟ ਇਜ਼ ਸਪੋਰੋਪੋਲਿਨ? ਜਿੱਥੇ ਸਪੋਰਸ ਫਾਰਮ ਹੁੰਦੇ ਨੇ। ਸਪੋਰਸ ਜਿੱਦਾਂ ਕਿ ਆਪਾਂ 10th ਕਲਾਸ ਵਿੱਚ ਪੜ੍ਹ ਰੱਖਿਆ, ਉਹ ਵਾਲੇ ਸਪੋਰਸ ਜਿੱਦਾਂ ਫਾਰਮ ਹੁੰਦੇ ਨੇ ਉਹਨਾਂ ਨੂੰ ਸਪੋਰੋਪੋਲਿਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਡਿਊ ਟੂ ਸਪੋਰੋਪੋਲਿਨ ਇਟ ਇਜ਼ ਵਿਦਸਟੈਂਡ ਹਾਈ ਟੈਂਪਰੇਚਰ ਐਂਡ ਐਸਿਡਿਟ ਐਂਡ ਅਲਕਲੀਜ਼।
ਦੈਨ ਜਰਮ ਪੋਰ ਹੁੰਦੀ ਹੈ ਇਹਦੇ ਵਿੱਚ। ਦੈਨ ਐਗਜ਼ਾਈਨ ਹੈਜ਼ ਵੇਰੀਅਸ ਪੈਟਰਨਸ ਐਂਡ ਡਿਜ਼ਾਈਨਸ। ਫਿਰ ਉਹ ਤੋਂ ਬਾਅਦ ਪ੍ਰੋਪਰਟੀ ਦਿੱਤੀਆਂ ਹੋਈਆਂ ਆਪਣੇ ਕੋਲ ਇੰਟਾਈਨ ਦੀਆਂ। ਜਿਹੜੇ ਇਨਰ ਲੇਅਰ ਹੁੰਦੀ ਹੈ ਇਹ ਥਿਨ ਲੇਅਰ ਹੁੰਦੀ ਹੈ, ਜਿਹੜੀ ਉੱਪਰ ਵਾਲੀ ਲੇਅਰ ਹੁੰਦੀ ਹੈ ਉਹ ਥਿੱਕ ਹੁੰਦੀ ਆ। ਇਹ ਮੇਡ ਅਪ ਹੋਈ ਹੁੰਦੀ ਆ ਸੈਲੂਲੋਜ਼ ਤੇ ਪੈਸਟਿਨ ਤੋਂ। ਦ ਸਟੱਡੀ ਆਫ ਪੋਲਿਨ ਗ੍ਰੇਨ ਇਜ਼ ਨੋਨ ਐਜ਼ ਪੋਲਿਨੋਲੋਜੀ। ਇਹ ਆਪਣੇ ਕੋਲ ਕੁਐਸਚਨ ਆ ਜਾਂਦਾ ਹੁੰਦਾ ਹੈ ਜੇ ਆਪਾਂ ਨੀਟ ਲੈਵਲ 'ਤੇ ਦੇਖੀਏ। ਦ ਸਟੱਡੀ ਆਫ ਪੋਲਿਨ ਗ੍ਰੇਨ ਇਜ਼ ਕਾਲਡ ਪੋਲਿਨੋਲੋਜੀ। ਉਸ ਤੋਂ ਨੈਕਸਟ ਆਪਣੇ ਕੋਲ ਮਾਈਕਰੋਸਪੋਰਸ ਨੇ, ਉਹੀ ਸਾਰੇ ਜਿਹੜੇ ਆਪਾਂ ਪੜ੍ਹ ਰੱਖੇ ਨੇ ਪਹਿਲਾਂ ਹੀ। ਆਪਣੇ ਨੋਟਸ ਜਿਹੜੇ ਲਿਖੇ ਹੋਏ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਤਾਂ ਇਹਨਾਂ ਨੂੰ ਨਾ ਛੱਡਿਓ। ਉਸ ਤੋਂ ਬਾਅਦ ਪੋਲਨ ਐਨਰਜੀ ਯੂਜ਼ ਆਫ ਪੋਲਨ ਗ੍ਰੇਨ, ਤੁਹਾਨੂੰ ਪਤਾ ਹੀ ਹੈ ਪੋਲਨ ਗ੍ਰੇਨ ਫੂਡ ਸਪਲੀਮੈਂਟ ਦੇ ਵਿੱਚ ਯੂਜ਼ ਹੁੰਦੇ ਆ, ਮੈਡੀਕਲ ਦੇ ਵਿੱਚ ਯੂਜ਼ ਹੁੰਦੇ ਆ। ਉਸ ਤੋਂ ਬਾਅਦ ਐਥਲੀਟ ਅਤੇ ਜਿਹੜੇ ਰੇਸ ਹਾਰਸ ਹੁੰਦੇ ਉਹ ਆਪਣੀ ਪਰਫੋਰਮੈਂਸ ਨੂੰ ਇਨਕਰੀਜ਼ ਕਰਨ ਦੇ ਲਈ ਇਹਨਾਂ ਨੂੰ ਯੂਜ਼ ਕਰਦੇ ਆ। ਉਸ ਤੋਂ ਬਾਅਦ ਆਹ ਸਾਰੀਆਂ ਪੋਲਨ ਬੈਂਕ ਦੇ ਵਿੱਚ ਪੋਲਨ ਗ੍ਰੇਨ ਸਟੋਰ ਕੀਤਾ ਜਾਂਦਾ। ਇਹ ਸਾਰੀਆਂ ਬੇਸਿਕ ਟਰਮਸ ਨੇ, ਇਹ ਤੁਹਾਨੂੰ ਵੈਸੇ ਯਾਦ ਕਰਨ ਦੀ ਵੀ ਨਹੀਂ ਲੋੜ ਹੈਗੀ। ਦੈਨ ਆਪਣਾ ਮੇਨ ਪਾਰਟ ਆ ਗਿਆ ਫੀਮੇਲ ਰੀਪਰੋਡਕਟਿਵ ਔਰਗਨ which is carpel. The upper part is stigma, lower part is style and the part lower to style is ovule, ਮਤਲਬ ਓਵਰੀ ਦੇ ਵਿੱਚ ਓਵਿਊਲ ਪ੍ਰੈਜੈਂਟ ਹੁੰਦਾ ਹੈ ਅਤੇ ਉੱਥੇ ਹੀ ਆਪਣੇ ਕੋਲ ਓਵਰੀਅਨ ਕੈਵਿਟੀ ਪ੍ਰੈਜੈਂਟ ਹੁੰਦੀ ਹੈ। ਉਸ ਤੋਂ ਨੈਕਸਟ ਜਿਹੜੇ ਆਪਾਂ ਨੂੰ 3 ਪਾਰਟ ਵਿੱਚ ਡਿਵਾਈਡ ਹੁੰਦਾ ਇਹ ਆਪਾਂ ਨੂੰ ਪਤਾ ਲੱਗ ਗਿਆ। ਦੈਨ ਆਪਾਂ ਇਹਨਾਂ ਦੀ ਜੇ ਆਪਾਂ ਨੇ ਡਿਸਕਰਾਈਬ ਕਰਨਾ ਹੋਵੇ ਤਾਂ ਕਿੱਦਾਂ ਡਿਸਕਰਾਈਬ ਕਰਾਂਗੇ। First of all we have stigma. It is the upper part of pistil where the pollen grain lands. ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ pollen grain land ਕਰਦਾ ਹੈ। ਸੋ ਇੱਦਾਂ ਦਾ ਆਪਣੇ ਕੋਲ ਇੱਕ ਕਾਰਪਲ ਹੁੰਦਾ ਹੈ, ਠੀਕ ਹੈ। ਇਹ ਅੱਪਰ ਪਾਰਟ ਹੈ, ਇਹਦੇ ਉੱਪਰ ਆ ਕੇ ਪੋਲਨ ਗ੍ਰੇਨ ਇੱਦਾਂ ਲੈਂਡ ਕਰਦੇ ਨੇ, ਠੀਕ ਹੈ। ਹੌਲੀ ਹੌਲੀ ਉਹ ਨੀਚੇ ਜਾਂਦੇ ਨੇ। ਉਸ ਤੋਂ ਬਾਅਦ ਉਹ ਜਾ ਕੇ ਓਵਿਊਲ ਦੇ ਵਿੱਚ ਚਲੇ ਜਾਂਦੇ ਨੇ ਅਤੇ ਫੀਮੇਲ ਦਾ ਜਿਹੜਾ ਐਗ ਸੈੱਲ ਹੁੰਦਾ ਹੈ ਉਹਦੇ ਨਾਲ ਐਕਟੀਵਿਟੀ ਕਰਦੇ ਨੇ। ਉਸ ਤੋਂ ਨੈਕਸਟ ਹੈ ਆਪਣੇ ਕੋਲ ਦਾ ਅੱਪਰ ਪਾਰਟ ਆਫ ਦਾ ਪਿਸਟਲ ਵੇਅਰ ਦਾ ਪੋਲਨ ਗ੍ਰੇਨ ਲੈਂਡ ਇਜ਼ ਕੋਲਡ ਸਟਿਗਮਾ ਐਂਡ ਦਾ ਸਟਾਈਲ ਹੁੰਦਾ ਜਿਹੜਾ ਸਲੈਂਡਰ ਲਾਈਕ ਪਾਰਟ ਹੁੰਦਾ ਹੈ, ਲੌਂਗ ਅਤੇ ਸਲੈਂਡਰ ਲਾਈਕ ਪਾਰਟ ਬਿਲੋ ਦਾ ਸਟਿਗਮਾ ਇਜ਼ ਨੋਨ ਐਜ਼ ਸਟਾਈਲ। ਉਸ ਤੋਂ ਬਾਅਦ ਜਿਹੜੀ ਬੈਸਲ ਬਲੱਡ ਕੈਵਿਟੀ ਹੁੰਦੀ ਹੈ ਉਹਨੂੰ ਓਵਰੀ ਕਿਹਾ ਜਾਂਦਾ ਹੈ। ਹੁਣ ਓਵਰੀ ਦੇ ਵਿੱਚ ਹੀ ਆਪਣੇ ਕੋਲ ਓਵਿਊਲ ਪ੍ਰੈਜੈਂਟ ਹੁੰਦਾ ਹੈ। ਓਵਿਊਲ ਇਜ਼ ਪ੍ਰੈਜੈਂਟ ਇਨਸਾਈਡ ਦੀ ਓਵਰੀ। ਇਟ ਹੈਜ਼ 2 ਲੇਅਰ, ਇਨਰ ਲੇਅਰ ਐਂਡ ਆਊਟਰ ਲੇਅਰ। ਦੈਨ ਉਸ ਤੋਂ ਨੈਕਸਟ ਹੈ ਓਵਰੀਅਨ ਕੈਵਿਟੀ। ਓਵਰੀਅਨ ਕੈਵਿਟੀ ਇਜ਼ ਪ੍ਰੈਜੈਂਟ ਇਨਸਾਈਡ ਦੀ ਓਵਰੀ। ਆਪਾਂ ਨੂੰ ਨਾਮ ਤੋਂ ਹੀ ਕਲੀਅਰ ਹੋ ਰਿਹਾ ਓਵਰੀਅਨ ਕੈਵਿਟੀ, ਤਾਂ ਇਹ ਓਵਰੀ ਦੇ ਅੰਦਰ ਪ੍ਰੈਜੈਂਟ ਹੁੰਦੀ ਹੈ, ਠੀਕ ਹੈ। ਇਟ ਕੰਟੇਨਸ ਪਲਸੈਂਟਾ ਵਿਚ ਕਨੈਕਟ ਦੀ ਲੋਕਿਊਲ ਐਂਡ ਓਵਿਊਲ। ਓਵਰੀ ਤੋਂ ਬਾਅਦ ਲੋਕਿਊਲ, ਉਸ ਤੋਂ ਬਾਅਦ ਇਹ ਪਲਸੈਂਟਾ ਨੂੰ ਉਹਦੇ ਨਾਲ ਓਵਿਊਲ ਨਾਲ ਕਨੈਕਟ ਕਰਦੀ ਹੈ। ਨੈਕਸਟ ਆਪਣੇ ਕੋਲ ਓਵਿਊਲ ਦੀ ਸਟਰਕਚਰ ਦੇ ਰੱਖੀ ਹੈ, ਤਾਂ ਇਹਦੀ ਸਟਰਕਚਰ ਨੂੰ ਆਪਾਂ ਨੂੰ ਇਹਦੀਆਂ ਜਿਹੜੀਆਂ 6 ਟਾਈਪਸ ਨੇ ਉਹ ਵੀ ਯਾਦ ਹੋਣੀਆਂ ਚਾਹੀਦੀਆਂ ਨੇ। ਆਪਾਂ ਉਹ ਸਾਰੀਆਂ ਸਟੱਡੀ ਕਰਾਂਗੇ ਐਂਡ ਆਪਾਂ ਨੂੰ ਇਹਦੇ ਪਾਰਟਸ ਬਾਰੇ ਵੀ ਯਾਦ ਹੋਣਾ ਚਾਹੀਦਾ ਹੈ ਕਿ ਇਹਦੇ ਪਾਰਟਸ ਕਿਹੜੇ ਕਿਹੜੇ ਹੁੰਦੇ ਨੇ, ਕਿਵੇਂ ਕਿਵੇਂ ਹੁੰਦੇ ਨੇ। ਸੋ ਚਲੋ ਆਪਾਂ ਥੋੜ੍ਹਾ ਜਿਹਾ ਇੱਥੇ ਵਿਊ ਲੈਂਦੇ ਹਾਂ ਇਹਨਾਂ ਦਾ। ਜਿਹੜਾ ਆਊਟਰ ਪਾਰਟ, ਜਿਹੜਾ ਆਹ ਪਾਰਟ ਹੈ ਇਹਨੂੰ ਛਾਲਜ਼ਲ ਕੈਵਿਟੀ ਕਿਹਾ ਜਾਂਦਾ। ਦਿਸ ਇਜ਼ ਐਂਬਾਰਿਓਸੈਕ। ਐਂਬਾਰਿਓਸੈਕ ਤੋਂ ਆਊਟਰ ਪਾਰਟ ਨੂੰ ਨਿਊਸੈਲਸ ਕਿਹਾ ਜਾਂਦਾ। ਫਿਰ ਉਸ ਤੋਂ ਬਾਅਦ ਜਿਹੜੇ ਆਹ ਪਾਰਟਸ ਹੁੰਦੇ ਨੇ ਇਹ ਇੰਟੈਗੂਮੈਂਟਸ ਹੁੰਦੇ ਨੇ। ਜਿਹੜਾ ਇਹ ਮਾਈਕਰੋਪਾਈਲਰ ਐਂਡ ਆ, ਦਿਸ ਇਜ਼ ਫਨੀਕਲ ਐਂਡ ਦਿਸ ਇਜ਼ ਹੀਲਮ। ਹੁਣ ਤੁਹਾਨੂੰ ਨਹੀਂ ਸਮਝ ਆਇਆ ਹੋਣਾ, ਹੁਣ ਜਿੱਦਾਂ ਜਿੱਦਾਂ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ ਤਾਂ ਉੱਦਾਂ ਦਾ ਤੁਹਾਨੂੰ ਸਮਝ ਆਉਣ ਲੱਗ ਜਾਏਗਾ। ਵਟ ਇਜ਼ ਨਿਊਸੈਲਸ? ਕਈ ਬੱਚੇ ਨੂੰ ਨਿਊਕਲੀਅਸ ਪੜ੍ਹਦੇ ਆ, ਬਟ ਇਹ ਨਿਊਕਲੀਅਸ ਨਹੀਂ ਹੈ, ਇਹ ਨਿਊਸੈਲਸ ਆ। ਮਾਸ ਆਫ ਸੈਲਸ ਪ੍ਰੈਜੈਂਟ ਇਨਸਾਈਡ ਦੀ ਓਵਿਊਲ, ਮਤਲਬ ਕਿ ਜਿਹੜੇ ਵੀ ਸੈਲਸ ਹੁੰਦੇ ਆ ਓਵਿਊਲ ਦੇ, ਉਹਨਾਂ ਜਿਹੜਾ ਮਾਸ ਹੁੰਦਾ ਉਹਨਾਂ ਨੂੰ ਨਿਊਸੈਲਸ ਕਿਹਾ ਜਾਂਦਾ। ਉਸ ਤੋਂ ਨੈਕਸਟ ਫਨੀਕਲ। ਫਨੀਕਲ ਦਾ ਓਵਿਊਲ ਇਜ਼ ਅਟੈਚਡ ਵਿਦ ਪਲਸੈਂਟਾ ਬਾਈ ਫਨੀਕਲ। ਆਹ ਦੇਖ ਲਓ, ਜੋ ਓਵਿਊਲ ਆ ਉਹ ਪਲਸੈਂਟਾ ਦੇ ਨਾਲ ਫਨੀਕਲ ਦੇ ਨਾਲ ਕਰਕੇ ਹੀ
ਜੁੜਿਆ ਹੁੰਦਾ ਹੈ। ਉਸ ਤੋਂ ਨੈਕਸਟ ਹੀਲਮ। ਹੀਲਮ ਜਿਹੜਾ ਹੁੰਦਾ ਇਹ ਜੰਕਸ਼ਨ ਹੁੰਦਾ ਹੈ ਬਿਟਵੀਨ ਓਵਿਊਲ ਐਂਡ ਫਨੀਕਲ ਵੇਅਰ ਦਾ ਓਵਿਊਲ ਫਿਊਜ਼ਸ ਵਿਦ ਫਨੀਕਲ। ਹੁਣ ਹੀਲਮ ਕਿੱਥੇ ਆ ਰਿਹਾ ਪਾਰਟ, ਇਹਨੂੰ ਹੀਲਮ ਕਿਹਾ ਜਾਂਦਾ ਹੈ। ਉਸ ਤੋਂ ਨੈਕਸਟ ਮਾਈਕਰੋਪਾਈਲਰ ਐਂਡ, ਜਿੱਥੇ ਵੀ ਜਿਹੜੀਆਂ ਇੰਟੈਗੂਮੈਂਟ ਲੇਅਰ ਨੇ ਉਹ ਸਾਰੀਆਂ ਕਵਰ ਕਰਦੀਆਂ ਨੇ ਓਵਿਊਲ ਨੂੰ। ਫਿਰ ਉਸ ਤੋਂ ਬਾਅਦ ਇੱਕ ਰੀਜਨ ਰਹਿ ਜਾਂਦਾ ਹੈ, ਉਹਨੂੰ ਆਪਾਂ ਮਾਈਕਰੋਪਾਈਲਰ ਓਪਨਿੰਗ ਕਹਿੰਦੇ ਹਾਂ। ਦੈਨ ਉਸ ਤੋਂ ਬਾਅਦ ਛਾਲਜ਼ਲ ਐਂਡ, ਜਿਹੜਾ ਬੈਸਲ ਪਾਰਟ ਹੁੰਦਾ ਅੱਪਰ ਓਪੋਜ਼ਿਟ ਟੂ ਮਾਈਕਰੋਪਾਈਲਰ ਐਂਡ, ਉਹਨੂੰ ਛਾਲਜ਼ਲ ਪਾਰਟ ਕਿਹਾ ਜਾਂਦਾ। ਆਪਾਂ ਇਹਨੂੰ ਇੱਦਾਂ ਵੀ ਲਿਖ ਸਕਦੇ, ਮਤਲਬ ਮਾਈਕਰੋਪਾਈਲਰ ਐਂਡ ਦੀ ਡੈਫੀਨੇਸ਼ਨ ਇੱਦਾਂ ਵੀ ਦੇ ਸਕਦੇ ਹਾਂ ਕਿ ਦਾ ਪਾਰਟ ਓਪੋਜ਼ਿਟ ਟੂ ਛਾਲਜ਼ਾ ਇਜ਼ ਕੋਲਡ ਮਾਈਕਰੋਪਾਈਲਰ ਐਂਡ। ਦੈਨ ਮੈਗਾਸਪੋਰ ਮਦਰ ਸੈਲ, ਸਪੈਸ਼ਲਾਈਜ਼ਡ ਸੈਲ ਵਿਚ ਅੰਡਰਗੋ ਮਿਓਸਿਸ ਟੂ ਫਾਰਮ ਦਾ ਮੈਗਾਸਪੋਰ, ਇਟ ਇਜ਼ ਡਾਇਪਲੋਇਡ ਇਨ ਨੇਚਰ। ਇਹ ਆਪਾਂ ਨੇ ਪੜ੍ਹ ਰੱਖਿਆ ਮੈਗਾਸਪੋਰ ਮਦਰ ਸੈਲ। ਦੈਨ ਉਸ ਤੋਂ ਬਾਅਦ ਨੋਟ, out of 4 megaspore 3 regenerate and only one remaining megaspore is known as function megaspore। ਆਪਣੇ ਕੋਲੇ ਮੈਗਾਸਪੋਰ ਦੇ ਵਿੱਚ ਜਦੋਂ ਡਿਵੀਜ਼ਨ ਹੁੰਦੀ ਹੈ ਆਪਣੇ ਕੋਲੇ 4 ਮਤਲਬ ਮਿਓਸਿਸ ਹੁੰਦੀ ਹੈ, ਆਪਣੇ ਕੋਲੇ 4 ਮੈਗਾਸਪੋਰ ਮਦਰ ਸੈਲ ਬਣਦੇ ਆ। ਉਸ ਤੋਂ ਬਾਅਦ ਜਿਹੜੇ 3 ਤਾਂ ਆਪਦੇ ਆਪ ਨੂੰ ਡੀਜਨਰੇਟ ਕਰ ਲੈਂਦੇ ਆ। ਉਸ ਤੋਂ ਬਾਅਦ ਇੱਕ ਮੈਗਾਸਪੋਰ ਰਹਿ ਜਾਂਦਾ ਜਿਹਨੂੰ ਕਿ ਫਨੀਕਲ ਮੈਗਾਸਪੋਰ ਨਾ ਫੰਕਸ਼ਨਲ ਮੈਗਾਸਪੋਰ ਕਿਹਾ ਜਾਂਦਾ ਹੈ। ਦੈਨ ਮੈਗਾ ਗਮੀਟੋਜੀਨੇਸਿਸ, ਮੋਨੋਸਕਾਰਪਿਕ ਡਿਵੈਲਪਮੈਂਟ। ਮੋਨੋਸਕਾਰਪਿਕ ਡਿਵੈਲਪਮੈਂਟ ਤੋਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਕੀ ਹੈ। ਹੁਣ ਇਸ ਤੋਂ ਬਾਅਦ ਆਪਣੇ ਕੋਲ ਜਦੋਂ ਇੱਕ ਹੀ ਸੈੱਲ ਰਹਿ ਗਿਆ ਤਾਂ ਉਹ ਇੱਕ ਤੋਂ ਹੀ ਡਿਵੈਲਪ ਹੋ ਰਿਹਾ ਤਾਂ ਉਹਨੂੰ ਮੋਨੋਸਪੋਰਿਕ ਡਿਵੈਲਪਮੈਂਟ ਕਿਹਾ ਜਾਂਦਾ। ਦਾ ਫੰਕਸ਼ਨਲ ਮੈਗਾਸਪੋਰ ਅੰਡਰਗੋਜ਼ ਡਿਵੈਲਪਮੈਂਟ ਐਂਡ ਦੈਨ ਫੋਰਮਸ ਐम्ब्रायोसैक ਇਜ਼ ਕੋਲਡ ਮੈਗਾਸਪੋਰਿਕ ਡਿਵੈਲਪਮੈਂਟ। ਦੈਨ ਉਸ ਤੋਂ ਨੈਕਸਟ ਹੈ ਆਪਣੇ ਕੋਲ ਐम्ब्रायोसैक ਦਾ ਮੈਗਾਸਪੋਰ ਫੋਰਮਸ ਐम्ब्रायोसैक ਥਰੂ ਦਾ ਰਿਡਕਸ਼ਨ ਡਿਵੀਜ਼ਨ। ਜਿਹੜਾ ਮੈਗਾਸਪੋਰ ਹੁੰਦਾ ਉਹ ਉਹੀ ਐम्ब्रायोसैक ਨੂੰ ਫੋਰਮ ਕਰਦਾ ਵਾ ਆਪਦੀ ਡਿਵੀਜ਼ਨ ਦੇ ਨਾਲ। ਆਪਣੇ ਕੋਲੇ ਇੱਕ ਮਤਲਬ ਇਹਦੇ ਵਿੱਚ ਪਹਿਲਾਂ ਤਾਂ ਮਾਈਟੋਟਿਕ ਡਿਵੀਜ਼ਨ ਹੁੰਦੀ ਹੈ, 8 ਨਿਊਕਲੀਏਟ ਹੁੰਦਾ। ਪਹਿਲਾਂ 1 ਹੋ ਗਿਆ ਆਪਣੇ ਕੋਲ, ਠੀਕ ਹੈ, 1 ਤੋਂ 2 ਬਣ ਗਏ, 2 ਤੋਂ ਆਪਣੇ ਕੋਲ ਇੱਧਰ 4 ਬਣ ਗਏ, 4 ਤੋਂ ਫਿਰ ਆਪਣੇ ਕੋਲੇ 8 ਬਣ ਜਾਣਗੇ, ਇੱਦਾਂ ਕਰਕੇ। ਦੈਨ ਉਸ ਤੋਂ ਬਾਅਦ ਇਹਦਾ ਸਟਰਕਚਰ ਆਪਾਂ ਡਰੋ ਕਰਦੇ ਹਾਂ। ਚਲੋ ਆ ਆਪਣੇ ਕੋਲ ਹੋ ਗਿਆ ਐम्ब्रायोसैक। ਉਸ ਤੋਂ ਬਾਅਦ ਇਹਦੇ ਵਿੱਚ ਐਂਟੀਪੋਡਲਸ ਹੁੰਦੇ ਨੇ 3, ਉਹਨਾਂ ਨੂੰ ਵੀ ਡਰੋ ਕਰਦੇ ਹਾਂ, 1 2 ਐਂਡ 3। ਦੈਨ ਉਸ ਤੋਂ ਨੈਕਸਟ ਆਪਣੇ ਕੋਲ ਇਹਦੇ ਵਿੱਚ ਪੋਲਰ ਨਿਊਕਲੀਆਈ ਹੁੰਦੇ ਨੇ 2। ਦੈਨ ਉਸ ਤੋਂ ਨੈਕਸਟ ਆਪਣੇ ਕੋਲ ਇਹਦੇ ਵਿੱਚ 2 ਜਿਹੜੇ ਹੁੰਦੇ ਨੇ ਸਾਈਨਰਗੇਟਸ ਹੁੰਦੇ ਨੇ। ਇੱਕ ਆਪਣੇ ਕੋਲ ਹੁੰਦਾ ਇਹਦੇ ਵਿੱਚ ਐਗ, ਜਿਹੜਾ ਸਾਈਨਰਗੇਟਸ ਤੋਂ ਉੱਪਰ ਹੀ ਹੁੰਦਾ ਹੈ। ਅਤੇ ਜਿਹੜੇ ਐਂਟੀਪੋਡਲ ਹੁੰਦੇ ਨੇ ਇਹ 3 ਸੈੱਲ ਹੁੰਦੇ ਨੇ, ਇਹ ਛਾਲਜ਼ਾ ਲੈਂਡ ਦੀ ਤਰਫ ਪ੍ਰੈਜੈਂਟ ਹੁੰਦੇ ਨੇ ਐम्ब्रायोसैक ਦੇ ਵਿੱਚ, ਤਾਂ ਇਹਨਾਂ ਨੂੰ ਐਂਟੀਪੋਡਲ ਸੈੱਲ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜੇ ਸੈਂਟਰਲ ਸੈੱਲ ਹੁੰਦੇ ਨੇ ਜਿਨ੍ਹਾਂ ਨੂੰ ਪੋਲਰ ਨਿਊਕਲੀਆਈ ਵੀ ਕਿਹਾ ਜਾਂਦਾ ਹੈ, ਉਹ ਸੈੱਲ ਮੈਂਬਰੇਨ ਦੇ ਨਾਲ ਮਤਲਬ ਕਿ ਉਹਨਾਂ ਦੇ ਕੋਲ ਕਾਮਨ ਸੈੱਲ ਮੈਂਬਰੇਨ ਹੁੰਦੀ ਹੈ ਤਾਂ ਇਹਨਾਂ ਨੂੰ ਸੈਂਟਰਲ ਸੈੱਲ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਐਗ ਹੁੰਦਾ ਜਿਹੜਾ ਫਿਊਜ਼ ਕਰਦਾ ਉਹਦੇ ਨਾਲ ਆਪਣੇ ਮੇਲ ਗਮੀਟ ਦੇ ਨਾਲ ਦਾ 3 cells grouped in ਮਾਈਕਰੋਪਾਈਲਰ ਐਂਡ ਨੋਨ ਐਜ਼ ਐਗ ਆਪਰੇਟਸ। ਉਸ ਤੋਂ ਬਾਅਦ ਸਾਈਨਰਗੇਟਸ, ਜਿਹੜੇ 2 ਬੋਟਮ 'ਤੇ ਸੈੱਲ ਰਹਿ ਜਾਂਦੇ ਆ ਆਪਣੇ ਕੋਲ, ਜਿਹੜੇ 2 ਬੋਟਮ 'ਤੇ ਸੈੱਲ ਰਹਿ ਗਏ ਉਹਨਾਂ ਨੂੰ ਸਾਈਨਰਗੇਟਸ ਕਿਹਾ ਜਾਂਦਾ। ਫਿਰ ਉਸ ਤੋਂ ਬਾਅਦ ਹੈ ਆਪਣੇ ਕੋਲ ਫਿਲੀਫਾਰਮ ਆਪਰੇਟਸ, ਅ ਕੰਪਲੈਕਸ ਸੈੱਲ ਵਾਲ ਇਨ ਵੈਗੀਏਸ਼ਨਸ ਇਨ ਅ ਸਾਈਨਰਗੇਟਸ ਸੈੱਲ ਸਿਮਿਲਰ ਟੂ ਦੋਜ਼ ਇਨ ਟਰਾਂਸਫਰ ਸੈੱਲ। ਇਹ ਜਿਹੜੀ ਕੀ ਹੈ ਇੱਕ ਕੰਪਲੈਕਸ ਵਾਲ ਹੁੰਦੀ ਆ ਆਪਣੇ ਕੋਲੇ ਜਿਹੜੀ ਕਿ ਸਾਈਨਰਗੇਟ ਸੈੱਲਸ ਦੇ ਕੋਲ ਪ੍ਰੈਜੈਂਟ ਹੁੰਦੀ ਹੈ। ਦੈਨ ਉਸ ਤੋਂ ਬਾਅਦ ਫਿਲੀਫਾਰਮ ਆਪਰੇਟਸ ਹੁੰਦਾ ਜਿਹੜਾ ਉਹ ਆਪਣੇ ਕੋਲ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਵਾ, ਤਾਂ ਕਿ ਜਿਹੜੀ ਆਪਣੇ ਕੋਲ ਪੋਲਨ ਟਿਊਬ ਬਣ ਚੁੱਕੀ ਆ ਜਿਹਦੇ ਵਿੱਚ ਮਤਲਬ ਕਿ ਆਪਣਾ ਮੇਲ ਗਮੀਟ ਆ ਉਹ ਆਪਣੇ ਕੋਲ ਸਾਈਨਰਗੇਟਸ ਦੇ ਤੱਕ ਪਹੁੰਚ ਸਕੇ। ਉਸ ਤੋਂ ਬਾਅਦ ਮੈਚਿਓਰ ਐम्ब्रायोसैक ਜਿਹੜਾ ਹੁੰਦਾ 8 ਨਿਊਕਲੀਏਟ ਹੁੰਦਾ, 7 ਸੈਲਡ ਹੁੰਦਾ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ, ਇਹਦੇ MCQ ਵੀ ਬਹੁਤ ਜ਼ਿਆਦਾ ਆਏ ਸੀਗੇ ਕਿ ਕਿੰਨੇ ਨਿਊਕਲੀਏਟ ਹੁੰਦਾ ਅਤੇ 7 ਮਤਲਬ ਕਿੰਨੇ ਸੈਲਡ ਹੁੰਦਾ। 8 ਨਿਊਕਲੀਏਟ ਹੁੰਦਾ, 7 ਸੈਲਡ ਹੁੰਦਾ। ਉਸ ਤੋਂ ਨੈਕਸਟ ਹੈ ਆਪਣੇ ਕੋਲ ਪੋਲੀਨੇਸ਼ਨ। ਤਾਂ ਫਟਾਫਟ ਆਪਾਂ ਇੱਕ ਪੋਲੀਨੇਸ਼ਨ ਦੀ ਸੋਹਣੀ ਜਿਹੀ ਡਾਇਗਰਾਮ ਬਣਾਉਂਦੇ ਹਾਂ। ਫਸਟ ਆਫ ਆਲ ਆਪਾਂ ਇੱਥੇ ਇੱਕ ਸਟਿਗਮਾ
ਆਹ ਆਪਾਂ ਇੱਕ ਸਟੈਮਨ ਬਣਾਤਾ। ਉਸ ਤੋਂ ਨੈਕਸਟ ਆਪਾਂ ਇੱਕ ਬਣਾ ਦਈਏ ਕਾਰਪਲ। upper part is the stigma, lower part style, this part is ਮਤਲਬ ovule ਜਾਂ ovule ਦੇ ਵਿੱਚ ਮਤਲਬ ovary ਦੇ ਵਿੱਚ ovule, this part is stamen and this part is anther and lower part is filament। ਹੁਣ ਆਪਣੇ ਕੋਲ ਐਂਥਰ ਦੇ ਉੱਪਰ ਇੱਦਾਂ ਪੋਲਨ ਗ੍ਰੇਨਸ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਉਹਨਾਂ ਨੂੰ ਕਿਸੇ ਵੀ ਵੈਕਟਰ ਦੀ ਮਦਦ ਦੇ ਨਾਲ ਦੂਸਰੇ ਫਲਾਵਰ ਦੇ ਜਾਂ ਹੋਰ ਸੇਮ ਫਲਾਵਰ ਦੀ ਐਂਥਰ ਦੇ ਮਤਲਬ ਸਟਿਗਮਾ ਦੇ ਉਹਨਾਂ ਦੇ ਐਂਥਰ ਤੋਂ ਸਟਿਗਮਾ ਦੂਸਰੇ ਫਲਾਵਰ ਦੇ ਸਟਿਗਮਾ 'ਤੇ ਪੋਲਨਸ ਨੂੰ ਲਿਆਇਆ ਜਾਂਦਾ, ਉਸ ਨੂੰ ਕਹਿੰਦੇ ਆ ਪੋਲੀਨੇਸ਼ਨ। ਇੱਦਾਂ ਕਰਕੇ ਇੱਕ ਫਲਾਵਰ ਦੇ ਜਿਹੜੇ ਪੋਲਨ ਗ੍ਰੇਨਸ ਨੇ ਉਹ ਦੂਸਰੇ ਫਲਾਵਰ ਦੇ ਸਟਿਗਮਾ ਦੇ ਉੱਪਰ ਫੋਲ ਹੋ ਕੇ ਦੈਨ ਉਹ ਹੌਲੀ ਹੌਲੀ ਨੀਚੇ ਜਾਂਦੇ ਨੇ, ਦੈਨ ਉਹ ਜਾ ਕੇ ਓਵਿਊਲ ਦੇ ਕੋਲ ਪਹੁੰਚ ਜਾਂਦੇ ਨੇ। ਹੁਣ ਪਹਿਲਾਂ ਆਪਾਂ ਪੋਲੀਨੇਸ਼ਨ ਦੀ ਡੈਫੀਨੇਸ਼ਨ ਰੀਡ ਕਰਦੇ ਹਾਂ, ਹੌਲੀ ਹੌਲੀ ਆਪਾਂ ਸਾਰਾ ਕਰਾਂਗੇ। ਡੈਫੀਨੇਸ਼ਨ ਕੀ ਹੈ ਇਸਦੀ ਕਿ pollination is the transfer of pollen grain from anther of the stamen ਦੇ anther ਤੋਂ to the stigma of the carpel। ਓਕੇ, ਉਹਨੂੰ ਪੋਲੀਨੇਸ਼ਨ ਕਿਹਾ ਜਾਂਦਾ। ਇਹ ਦੋ ਟਾਈਪ ਦੀ ਹੁੰਦੀ ਆ, ਸੈਲਫ ਪੋਲੀਨੇਸ਼ਨ, ਕ੍ਰੋਸ ਪੋਲੀਨੇਸ਼ਨ। ਜੇ ਤਾਂ ਆਪਣੇ ਕੋਲ ਜਿਹੜਾ ਮੇਲ ਗਮੀਟ ਆ ਮਤਲਬ ਕਿ ਆਪਣੇ ਕੋਲ ਜਿਹੜੇ ਸਟਿਗਮਾ ਦੇ ਉੱਪਰ ਜਿਹੜੇ ਪੋਲਨ ਗ੍ਰੇਨਸ ਨੇ ਐਂਥਰ ਦੇ ਉੱਪਰ ਉਹ ਆਪਣੇ ਕੋਲ ਸਿੱਧਾ ਚਲੇ ਜਾਣ ਸਟਿਗਮਾ 'ਤੇ ਹੈ ਨਾ, ਉਹੀ ਫਲਾਵਰ ਦੇ ਉੱਪਰ ਉਹਨਾਂ ਦਾ ਕੋਈ ਵੀ ਵੈਕਟਰ ਨਾ ਕੰਮ ਕਰੇ, ਕੋਈ ਵੀ ਏਜੰਸੀ ਨਾ ਕੰਮ ਕਰੇ, ਤਾਂ ਉਹਨਾਂ ਨੂੰ ਸੈਲਫ ਪੋਲੀਨੇਸ਼ਨ ਕਿਹਾ ਜਾਂਦਾ। ਦੈਨ ਉਸ ਤੋਂ ਨੈਕਸਟ ਜੇ ਮੇਲ ਜਿਹੜਾ ਵਾ ਆਪਣੇ ਕੋਲ ਗਮੀਟ ਉਹ ਸਿੱਧਾ ਹੀ ਸਟਿਗਮਾ ਤੋਂ ਐਂਥਰ ਤੋਂ ਸੇਮ ਫਲਾਵਰ ਮਤਲਬ ਸੇਮ ਕਾਇੰਡ ਦੇ ਫਲਾਵਰ 'ਤੇ ਚਲਾ ਜਾਵੇ ਜਾਂ ਡਿਫਰੈਂਟ ਕਾਇੰਡ ਦੇ ਫਲਾਵਰ 'ਤੇ ਚਲਾ ਜਾਵੇ ਤਾਂ ਉਹਨੂੰ ਕ੍ਰੋਸ ਪੋਲੀਨੇਸ਼ਨ ਕਿਹਾ ਜਾਂਦਾ। ਸੈਲਫ ਪੋਲੀਨੇਸ਼ਨ ਆਪਣੇ ਕੋਲ ਟੂ ਟਾਈਪ ਦੀ ਹੁੰਦੀ ਹੈ, ਆਟੋਗੈਮੀ ਐਂਡ ਗਨੀਟੋਗੈਮੀ। ਕ੍ਰੋਸ ਪੋਲੀਨੇਸ਼ਨ ਇੱਕ ਹੀ ਟਾਈਪ ਦੀ ਹੁੰਦੀ ਹੈ, ਜ਼ੀਨੋਗੈਮੀ। ਅਤੇ ਆਟੋਗੈਮੀ ਆਪਣੇ ਕੋਲ ਅਗੇਨ ਟੂ ਟਾਈਪਸ ਦੀ ਹੁੰਦੀ ਆ, ਹੋਮੋਗੈਮੀ ਐਂਡ ਕਲਿਸਟੋਗੈਮੀ। ਇਹਦੇ ਸਾਰਿਆਂ ਬਾਰੇ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਸੋ ਲੈਟਸ ਸਟਾਰਟ। ਹੋ ਗਿਆ? ਨਹੀਂ, ਹਲੇ ਤਾਂ ਰਹਿੰਦੀ ਆ।